Very good morning, students. So today we are taking up another type of the interspecific type of interaction, which is called as the commensalism. So बच्चों ਜਿਹੜਾ commensalism ਹੈ ਇਹ ਇੱਕ ਕਾਫੀ important type ਦੀ association ਹੈ between two different species ਜਿਹਦੇ ਵਿੱਚ ਬੱਚਿਓ ਇੱਕ ਸਪੀਸ਼ੀ ਤਾਂ ਫਾਇਦੇ ਦੇ ਵਿੱਚ ਰਹਿੰਦੀ ਹੈ ਐਂਡ ਦੂਜੀ ਸਪੀਸ਼ੀ ਨੂੰ ਨਾ ਫਾਇਦਾ ਹੁੰਦਾ ਤੇ ਨਾ ਨੁਕਸਾਨ ਹੁੰਦਾ ਸੋ ਇਹ ਬੜੀ ਇੱਕ ਇੰਪੋਰਟੈਂਟ ਚੀਜ਼ ਹੈ ਥੋੜੀ ਸਮਝਣੀ ਸੋ ਜੇ ਕੋਮੈਂਸਲਿਜ਼ਮ ਦੀ ਆਪਾਂ ਗੱਲ ਕਰੀਏ ਤਾਂ ਜੇ ਇੱਥੇ ਸਪੀਸ਼ੀ A ਆਪਾਂ ਮੰਨ ਕੇ ਚੱਲਦੇ ਆ ਸੋ ਇਫ ਵੀ ਹੈਵ ਸਪੀਸ਼ੀਜ਼ A ਇਹ ਫਾਇਦੇ ਦੇ ਵਿੱਚ ਆ ਇਫ ਇਟ ਇਜ਼ ਟੇਕਿੰਗ ਲਾਈਕ positive interaction with the other animal, with the species B. And ਜਿਹੜੀ species B ਹੈ ਇਹ ਬੱਚਿਓ ਨਾ ਫਾਇਦੇ 'ਚ ਹੈ ਤੇ ਨਾ ਹੀ ਨੁਕਸਾਨ ਦੇ ਵਿੱਚ ਹੈ ਸੋ ਇਹਨੂੰ ਆਪਾਂ ਲਿਖਦੇ ਹਾਂ ਬੱਚਿਓ 0 so it is written as 0 so that means ਕਿ suppose ਇੱਕ ਵੱਡੀ ਫਿਸ਼ ਆ ਉਹਦੇ ਨਾਲ ਨਾਲ ਬਹੁਤ ਛੋਟੀਆਂ ਫਿਸ਼ਿਸ ਤੁਰਦੀਆਂ ਰਹਿੰਦੀਆਂ ਹੌਲੀ ਹੌਲੀ ਮੈਂ ਤੁਹਾਨੂੰ ਐਗਜ਼ਾਮਪਲ ਦੇ ਵਿੱਚ ਵੀ ਇਹਦਾ ਦੱਸੂਗਾ ਐਂਡ ਜਦੋਂ ਵੱਡੀ ਫਿਸ਼ ਕੁਝ ਖਾਂਦੀ ਹੈ ਕੋਈ ਫੀਡ ਕਰਦੀ ਹੈ ਕਿਸੇ ਚੀਜ਼ 'ਤੇ ਉਹਦੇ ਜਿਹੜੇ ਛੋਟੇ ਟੁਕੜੇ ਵਿੱਚ ਬਚਦੇ ਆ ਪਾਣੀ ਦੇ ਉਹ ਇਹ ਛੋਟੀਆਂ ਮੱਛੀਆਂ ਖਾ ਲੈਂਦੀਆਂ ਨੇ ਐਂਡ ਇਹ ਹਮੇਸ਼ਾ ਵੱਡੀ ਮੱਛੀ ਦੇ ਨਾਲ ਹੀ ਰਹਿੰਦੀਆਂ ਨੇ ਸੋ ਜਿਹੜੀਆਂ ਛੋਟੀਆਂ ਫਿਸ਼ਿਸ ਆ ਉਹਨਾਂ ਨੂੰ ਆਪਾਂ ਕਹਾਂਗੇ ਇੱਥੇ ਕੋਮੈਂਸਲ ਜਿਹੜੀਆਂ ਕਿ ਫਾਇਦੇ ਦੇ ਵਿੱਚ ਨੇ ਤੇ ਜਿਹੜੀ ਵੱਡੀ ਫਿਸ਼ ਆ ਉਹਨੂੰ ਨਾ ਨੁਕਸਾਨ ਹੁੰਦਾ ਤੇ ਨਾ ਹੀ ਕੋਈ ਫਾਇਦਾ ਹੁੰਦਾ ਉਹਨੇ ਤਾਂ ਆਪਣਾ ਫੂਡ ਖਾ ਲਿਆ ਸੋ ਉਹ ਹੈਗੀ ਆ ਸਪੀਸ਼ੀ B ਸੋ ਉਹਨੂੰ ਆਪਾਂ ਇੱਥੇ ਹੋਸਟ ਕਹਿ ਸਕਦੇ ਹਾਂ ਠੀਕ ਹੈ ਸੋ ਜੇ ਆਪਾਂ ਕੋਮੈਂਸਲਿਜ਼ਮ ਨੂੰ ਥੋੜਾ ਜਿਹਾ ਪੜ੍ਹ ਕੇ ਦੇਖੀਏ ਸੋ ਇਟ ਇਜ਼ ਅ ਟਾਈਪ ਆਫ ਦੀ ਰਿਲੇਸ਼ਨਸ਼ਿਪ ਬਿਟਵੀਨ ਦ ਟੂ ਆਰਗੇਨਿਜ਼ਮਸ ਇਨ ਵਿਚ one organism benefits from the other without harming it ਇਹਦਾ ਮਤਲਬ ਹੈ ਕਿ ਦੂਜੀ ਸਪੀਸ਼ੀ ਜਿਹੜੀ ਕਿ ਸਪੀਸ਼ੀ B ਹੈ ਇਹਨੂੰ ਕੋਈ ਨੁਕਸਾਨ ਨਹੀਂ ਹੈਗਾ ਇਹ ਨੈਗੇਟਿਵ ਸਾਈਨ ਦੇ ਵਿੱਚ ਨਹੀਂ ਹੈਗੀ ਠੀਕ ਹੈ ਸੋ ਉਹਨੂੰ ਕੋਈ ਫਾਇਦਾ ਵੀ ਨਹੀਂ ਹੈ ਉਹਨੂੰ ਕੋਈ ਨੁਕਸਾਨ ਵੀ ਨਹੀਂ ਹੈ ਆ ਕੋਮੈਂਸਲ ਸਪੀਸ਼ੀਜ਼ ਆ ਹੁਣ ਜਿਹੜੀ ਕੋਮੈਂਸਲ ਸਪੀਸ਼ੀਜ਼ ਹੈ ਇਹ ਕੌਣ ਹੈ ਜਿਹੜੀ ਕਿ ਫਾਇਦਾ ਲੈ ਰਹੀ ਹੈ ਮਤਲਬ ਸਪੀਸ਼ੀ A so this is the commensal species it benefits from the other species by obtaining like locomotion shelter food support from the host species so ਦੂਜੀ species B ਨੂੰ ਆਪਾਂ ਕੀ ਕਹਾਂਗੇ host species so ਇਹ ਜਿਹੜੀ host species ਹੈ ਉਹ neither benefited ਹੈ nor harmed ਹੈ ਤੇ ਜਿਹੜੀ species A ਹੈ ਉਹ locomotion ਵਾਸਤੇ ਤੁਰਨ ਵਾਸਤੇ ਮਤਲਬ ਕਿਸੇ ਚੀਜ਼ ਦੇ ਉੱਪਰ ਅਟੈਚ ਹੋ ਜੇ ਮੰਨ ਲਓ ਕੋਈ ਐਨੀਮਲ ਤੇ ਉਹ ਉਹਦੇ ਨਾਲ ਹੀ ਅੱਗੇ ਅੱਗੇ ਤੁਰੀ ਜਾਵੇ ਤਾਂ ਇਹ ਵੀ ਕੋਮੈਂਸਲਿਜ਼ਮ ਹੈ ਇਹ ਵੀ ਇੱਕ ਟਾਈਪ ਦੀ ਇੰਟਰੈਕਸ਼ਨ ਹੈ ਸੋ ਦੈਟ ਇਜ਼ ਫॉर ਲੋਕੋਮੋਸ਼ਨ ਫਰੋਮ ਵਨ ਪਲੇਸ ਟੂ ਅਨਦਰ ਪਲੇਸ ਸ਼ੈਲਟਰ ਵਾਸਤੇ ਇਹ ਫੂਡ ਵਾਸਤੇ ਹੋ ਸਕਦਾ ਜਿੱਦਾਂ ਕਿ ਆਪਾਂ ਫਿਸ਼ਿਸ ਦੀ ਐਗਜ਼ਾਮਪਲ ਹੁਣੇ ਹੀ ਆਪਾਂ ਗੱਲ ਕਰਕੇ ਹਟੇ ਹਾਂ ਫॉर ਸਪੋਰਟ ਹੋ ਸਕਦਾ ਠੀਕ ਹੈ ਆਪਣੀ ਬਾਡੀ ਨੂੰ ਸਪੋਰਟ ਦੇਣ ਲਈ ਇਹ ਕੋਮੈਂਸਲਿਜ਼ਮ ਇੰਟਰੈਕਸ਼ਨ ਹੋ ਸਕਦੀ ਹੈ So it is a kind of like, if I take it as commensalism, so it will be a positive and zero kind of interaction. Okay, bachcho, so there are some like key points to this commensalism. So, oh key points par liye. So, what are the main points? So, the very first point about the commensalism is that commensalism is a type of symbiotic relationship. ਇਹਦਾ ਮਤਲਬ ਹੈ ਦੋ ਸਪੀਸ਼ੀਜ਼ 'ਚ ਇੱਕ ਟਾਈਪ ਦੀ ਐਸੋਸੀਏਸ਼ਨ ਹੈ ਇਨ ਵਿਚ ਵਨ ਸਪੀਸ਼ੀਜ਼ ਇਜ਼ ਬੈਨੀਫਿਟਡ ਵਾਈਲ ਦੀ ਅਦਰ ਸਪੀਸ਼ੀਜ਼ ਇਜ਼ ਨਾਈਦਰ ਹਾਰਮਡ ਨੋਰ ਹੈਲਪਡ ਇਹ ਆਪਾਂ ਪੜ੍ਹ ਲਿਆ ਸੈਕੰਡ ਇਜ਼ ਦ ਸਪੀਸ਼ੀਜ਼ ਦੈਟ ਗੇਨਸ ਦ ਬੈਨੀਫਿਟ ਇਜ਼ ਕਾਲਡ ਐਜ਼ ਦੀ ਕੋਮੈਂਸਲ ਸੋ ਜਿੱਦਾਂ ਆਪਾਂ ਸਪੀਸ਼ੀ A ਪੜ੍ਹਿਆ ਸੀ ਜਾਂ ਛੋਟੀਆਂ ਫਿਸ਼ਿਜ਼ ਆ ਦੇ ਆਰ ਦੀ ਕੋਮੈਂਸਲਸ ਦੀ ਅਦਰ ਸਪੀਸ਼ੀਜ਼ ਇਜ਼ ਟਰਮਡ ਐਜ਼ ਦੀ ਹੋਸਟ ਸਪੀਸ਼ੀਜ਼ ਥਰਡ An example is a golden jackal, which is the commensal, following a tiger, the host, to feed on the leftovers from its kills. So, ਬੱਚਿਓ ਕੀ ਹੁੰਦਾ ਕਿ ਜਦੋਂ ਸਪੋਜ਼ ਇੱਕ ਗ੍ਰਾਸਲੈਂਡ ਆ ਉੱਥੇ ਕਾਫੀ ਵੈਜੀਟੇਸ਼ਨ ਹੈ ਉੱਥੇ ਉੱਚੇ ਉੱਚੇ ਪੱਤਿਆਂ ਵਾਲੇ ਕੁਝ ਬੂਟੇ ਲੱਗੇ ਹੋਏ ਆ ਸੋ ਜਦੋਂ ਗੋਲਡਨ ਜੈਕਾਲ
ਇਹ ਦੇਖਦਾ ਹੈ ਕਿ ਉੱਥੇ ਇੱਕ ਰਾਹ ਬਣਿਆ ਹੋਇਆ ਉਹਨਾਂ ਪੱਤਿਆਂ ਦੇ ਵਿੱਚ। ਜਦੋਂ ਐਕਚੁਅਲੀ ਟਾਈਗਰ ਉਹ ਪੱਤਿਆਂ ਦੇ ਵਿੱਚ ਲੁਕ ਕੇ ਸ਼ਿਕਾਰ ਕਰ ਰਿਹਾ ਸੀ ਕਿਸੇ ਟਾਈਮ, ਮਤਲਬ ਕੁਝ ਘੰਟੇ ਪਹਿਲਾਂ, ਸੋ ਉੱਥੇ ਕੀ ਹੁੰਦਾ ਕਿ ਪੱਤਿਆਂ ਦੇ ਵਿੱਚ ਇੱਕ ਥਾਂ ਬਣ ਜਾਂਦੀ ਹੈ ਜਿੱਥੋਂ ਜਿੱਥੋਂ ਟਾਈਗਰ ਲੰਘਿਆ ਸੀ। ਉੱਥੋਂ ਟਾਈਗਰ ਲੰਘ ਕੇ ਅੱਗੇ ਉਹਨੇ ਸ਼ਿਕਾਰ ਕੀਤਾ ਸੀ, ਅਤੇ ਉੱਥੇ ਜਦੋਂ ਉਹਨੇ ਮਾਰ ਕੇ ਕਿਸੇ ਚੀਜ਼ ਨੂੰ ਖਾਧਾ ਸੀ ਤਾਂ ਉਹਦੇ ਰੈਮੀਨੈਂਟਸ ਉੱਥੇ ਪਏ ਹੋਣਗੇ। ਠੀਕ ਹੈ। ਸੋ ਜਿਹੜਾ ਜੈਕਾਲ ਹੈ, ਗੋਲਡਨ ਜੈਕਾਲ, ਉਹ ਕੀ ਕਰਦਾ ਕਿ ਉਹ ਟਾਈਗਰ ਦੀ ਟ੍ਰੇਲ ਨੂੰ ਫੋਲੋ ਕਰਦਾ। ਉਹ ਜਿਹੜੇ ਪੱਤਿਆਂ ਦੇ ਵਿਚਕਾਰ ਉਹਨੇ ਥਾਂ ਬਣਾਈ ਹੈ, ਸਪੋਜ਼ ਇੱਕ ਖੇਤ ਦੇ ਵਿੱਚੋਂ ਇੱਕ ਬੰਦਾ ਤੁਰ ਕੇ ਗਿਆ ਹੋਵੇ, ਤਾਂ ਉਹ ਖੇਤ ਦੇ ਵਿੱਚ ਜਿਹੜੇ ਬੂਟਿਆਂ ਦਾ ਡਿੱਗਣ ਦਾ ਪੈਟਰਨ ਹੈ, ਜਿਹੜੇ ਦੱਬੇ ਗਏ ਬੂਟੇ ਜਾਂ ਜਿਹੜੇ ਸਾਈਡਸ 'ਤੇ ਹੋ ਗਏ, ਉਸ ਟ੍ਰੇਲ ਨੂੰ ਫੋਲੋ ਕਰਦੇ ਤੁਸੀਂ ਉਹਦੇ ਪਿੱਛੇ ਪਿੱਛੇ ਜਾ ਸਕਦੇ ਹੋ। ਇੱਦਾਂ ਹੀ ਜੈਕਾਲ ਵੀ ਟਾਈਗਰ ਦੀ ਟ੍ਰੇਲ ਨੂੰ ਫੋਲੋ ਕਰਦਾ ਹੋਇਆ ਉੱਥੇ ਚਲਿਆ ਜਾਂਦਾ, ਅਤੇ ਉੱਥੇ ਜਾ ਕੇ ਜਿੱਥੇ ਉਹਨੇ ਕਿਲ ਕਰਕੇ ਖਾਧਾ ਹੁੰਦਾ, ਉੱਥੇ ਉਹ ਲੈਫਟ ਓਵਰਸ ਜਿਹੜੇ ਕਿ ਬਚਿਆ ਖੁਚਿਆ ਖਾਣਾ ਹੈਗਾ, ਉਹ ਜੈਕਾਲ ਉੱਥੇ ਖਾ ਲੇਗਾ। ਸੋ ਇੱਦਾਂ ਦੀ ਐਸੋਸੀਏਸ਼ਨ ਨੂੰ ਵੀ ਕੋਮੈਂਸਲਿਜ਼ਮ ਦੇ ਵਿੱਚ ਰੱਖਿਆ ਗਿਆ। ਐਂਡ ਇੱਥੇ ਜੈਕਾਲ ਕੋਮੈਂਸਲ ਹੈ ਅਤੇ ਹੋਸਟ ਕੌਣ ਹੈ? ਟਾਈਗਰ। ਸੋ ਦੀਜ਼ ਆਰ ਦਾ ਮੇਨ ਪੁਆਇੰਟਸ ਆਫ ਕੋਮੈਂਸਲਿਜ਼ਮ। ਓਕੇ ਬੱਚੇ, ਉਸ ਤੋਂ ਬਾਅਦ ਆਪਾਂ ਥੋੜ੍ਹੀਆਂ ਜਿਹੀਆਂ ਐਗਜ਼ਾਮਪਲਸ ਵੀ ਕਰ ਲਈਏ। ਓਕੇ, ਸੋ ਆਈ ਐਮ ਟੇਕਿੰਗ ਅ some of the ਮੇਜਰ ਐਗਜ਼ਾਮਪਲਸ ਆਫ ਦੀ ਕੋਮੈਂਸਲਿਜ਼ਮ। ਸਭ ਤੋਂ ਪਹਿਲਾਂ ਬੱਚੇ ਐਗਜ਼ਾਮਪਲ ਹੈਗੀ ਆ ਰਿਮੂਰਾ ਫਿਸ਼ ਦੀ। ਸੋ ਜਿਹੜੀ ਇਹ ਫਿਸ਼ ਆ, ਉਹਨਾਂ ਦੇ ਸਿਰਾਂ ਦੇ ਉੱਪਰ ਇੱਕ ਬੱਚੇ ਡਿਸਕ ਲੱਗੀ ਹੁੰਦੀ ਆ, ਜਿਹੜੀ ਕਿ ਅਟੈਚਿੰਗ ਡਿਸਕ ਹੁੰਦੀ ਹੈ, ਜਸਟ ਲਾਈਕ ਇਟ ਇਜ਼ ਫੰਕਸ਼ਨਿੰਗ ਐਜ਼ ਅ ਸੱਕਰ ਫॉर दैट ਫਿਸ਼, ਜਿਹੜੀ ਕਿ ਉਹਨਾਂ ਨੂੰ ਵੱਡੇ ਐਨੀਮਲਸ ਦੇ ਨੀਚੇ ਮਤਲਬ ਅਟੈਚ ਕਰਨ ਦੇ ਵਿੱਚ ਹੈਲਪ ਕਰਦੀ ਹੈ। ਜਿੱਦਾਂ ਸ਼ਾਰਕਸ ਦੇ ਨੀਚੇ, ਵੇਲਸ ਦੇ ਨੀਚੇ ਇਹ ਰਿਮੂਰਾ ਫਿਸ਼ ਅਟੈਚ ਹੋ ਜਾਂਦੀ ਹੈ। ਜਦੋਂ ਵੱਡੀਆਂ ਫਿਸ਼ਿਸ ਜਿੱਦਾਂ ਕਿ ਸ਼ਾਰਕ ਅਤੇ ਵੇਲਸ ਕੁਝ ਖਾਂਦੀਆਂ ਨੇ, ਤਾਂ ਇਹ ਰਿਮੂਰਾ ਫਿਸ਼ ਆਪਣੇ ਆਪ ਨੂੰ ਉਹ ਤੋਂ ਡਿਟੈਚ ਕਰਦੀ ਹੈ, ਅਤੇ ਜਿਹੜਾ ਆਲੇ ਦੁਆਲੇ ਛੋਟਾ ਮੋਟਾ ਫੂਡ ਬਚਿਆ ਹੁੰਦਾ ਉਹਨੂੰ ਖਾ ਲੈਂਦੀ ਹੈ, ਅਤੇ ਦੁਬਾਰਾ ਫੇਰ ਉਹਦੇ ਨਾਲ ਹੀ ਅਟੈਚ ਹੋ ਜਾਂਦੀ ਹੈ। ਜਸਟ ਲਾਈਕ ਜਿੱਦਾਂ ਆਪਾਂ ਪਹਿਲਾਂ ਫਿਸ਼ ਦੀ ਐਗਜ਼ਾਮਪਲ ਪੜ੍ਹੀ ਸੀ ਸ਼ੁਰੂ ਦੇ ਵਿੱਚ। ਸੋ ਦਿਸ ਇਜ਼ ਵਨ ਆਫ ਦੀ ਐਗਜ਼ਾਮਪਲਸ। ਨੈਕਸਟ, ਜਿਹੜੇ ਬੱਚੇ ਨਰਸ ਪਲਾਂਟਸ ਨੇ, ਦੇ ਆਰ ਲਾਰਜਰ ਪਲਾਂਟਸ ਦੈਟ ਆਫਰ ਪ੍ਰੋਟੈਕਸ਼ਨ ਟੂ ਦਾ ਸੀਡਲਿੰਗਸ ਫਰੋਮ ਦੀ ਵੈਦਰ ਐਂਡ ਹਰਬੀਵੋਰਸ। ਸੋ ਇਹ ਜਿਹੜੇ ਪਲਾਂਟਸ ਨੇ ਥੋੜ੍ਹੇ ਜਿਹੇ ਵੱਡੇ ਹੁੰਦੇ ਨੇ, ਦੇ ਆਰ ਲਾਰਜਰ ਪਲਾਂਟਸ, ਐਂਡ ਇਹ ਜਿਹੜੀਆਂ ਸੀਡਲਿੰਗਸ ਨੇ ਉਹਨਾਂ ਨੂੰ ਪ੍ਰੋਟੈਕਸ਼ਨ ਪ੍ਰੋਵਾਈਡ ਕਰਦੀਆਂ ਨੇ। ਠੀਕ ਹੈ, ਨਰਸ ਪਲਾਂਟਸ। ਸੋ ਇਹ ਜਿਹੜੇ ਪਲਾਂਟਸ ਨੇ ਇਹ ਉਹਨਾਂ ਨੂੰ ਇੱਕ ਅਪਰਚੁਨਿਟੀ ਦਿੰਦੇ ਆ ਗਰੋ ਕਰਨ ਦੀ। ਠੀਕ ਹੈ। ਸੋ ਇੱਥੇ ਜਿਹੜੀਆਂ ਸੀਡਲਿੰਗਸ ਆ ਉਹਨਾਂ ਨੂੰ ਫਾਇਦਾ ਹੋ ਜਾਂਦਾ। ਸੋ ਦੀਜ਼ ਆਰ ਦਾ ਕੋਮੈਂਸਲਸ। ਸੋ ਜਿਹੜੇ ਹੋਸਟ ਨੇ ਨਰਸ ਪਲਾਂਟਸ ਜਾਂ ਲਾਰਜਰ ਪਲਾਂਟਸ, ਉਹਨਾਂ ਨੂੰ ਤਾਂ ਨਾ ਨੁਕਸਾਨ ਹੈ ਨਾ ਕੋਈ ਫਾਇਦਾ, ਪਰ ਫਾਇਦਾ ਕਿੱਥੇ ਹੋ ਜਾਂਦਾ? ਸੀਡਲਿੰਗਸ ਨੂੰ ਗਰੋਇੰਗ ਦੇ ਵਿੱਚ। ਠੀਕ ਹੈ। ਸੋ ਦਿਸ ਇਜ਼ ਵਨ ਆਫ ਦਾ ਐਗਜ਼ਾਮਪਲ। ਨੈਕਸਟ ਵੀ ਹੈਵ ਦਾ ਟਰੀ ਫਰੋਗਸ, ਦੇ ਯੂਜ਼ ਪਲਾਂਟਸ ਐਜ਼ ਪ੍ਰੋਟੈਕਸ਼ਨ। ਸੋ ਇੱਥੇ ਜਿਹੜੇ ਵੱਡੇ ਵੱਡੇ ਪੱਤਿਆਂ ਵਾਲੇ ਪਲਾਂਟਸ ਹੈਗੇ ਨੇ, ਜਿਹੜੇ ਟਰੀ ਫਰੋਗਸ ਆ, ਉਹਨਾਂ ਦੇ ਪਿੱਛੇ ਲੁਕਣ ਦੇ ਵਿੱਚ ਜਾਂ ਕੈਮੋਫਲੈਜਿੰਗ ਦੇ ਵਿੱਚ ਉਹਨਾਂ ਨੂੰ ਯੂਜ਼ ਕਰ ਲੈਂਦੇ ਆ। ਉਹ ਉਹਨਾਂ ਦੇ ਉੱਪਰ ਬੈਠ ਕੇ ਆਪਣੇ ਆਪ ਨੂੰ ਲੁਕੋ ਸਕਦੇ ਆ ਉਸ ਕਲਰ ਦੇ ਵਿੱਚ। ਠੀਕ ਹੈ। ਪਲੱਸ ਉਹਨਾਂ ਨੂੰ ਪ੍ਰੋਟੈਕਸ਼ਨ ਵਾਸਤੇ ਹੈਲਪ ਕਰਦੇ ਆ। ਸੋ ਇੱਥੇ ਟਰੀ ਫਰੋਗਸ ਦੇ ਆਰ ਦਾ ਕੋਮੈਂਸਲਸ ਐਂਡ ਪਲਾਂਟਸ ਆਰ ਦੀ ਹੋਸਟਸ, ਜਿਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਨੈਕਸਟ ਵੀ ਹੈਵ ਦਾ ਗੋਲਡਨ ਜੈਕਾਲ ਕੇਸ। ਉਹ ਆਪਾਂ ਪਹਿਲਾਂ ਬੱਚਿਓ ਪੜ੍ਹਿਆ ਹੁਣੇ। ਸੋ ਦੇ ਵਿਲ ਫੋਲੋ ਅ ਟ੍ਰੇਲ ਆਫ ਦਾ ਟਾਈਗਰ ਟੂ ਫੀਡ ਔਨ ਦੀ ਰਿਮੇਨਸ ਆਫ ਇਟਸ ਕਿਲਸ। ਸੋ ਟਾਈਗਰ ਦੀ ਟ੍ਰੇਲ ਦੇ ਪਿੱਛੇ ਪਿੱਛੇ ਉਹਨੂੰ ਫੋਲੋ ਕਰਦੇ ਆ, ਅਤੇ ਉੱਥੇ ਜਾ ਕੇ ਜੋ ਬਚਿਆ ਕੁਚਿਆ ਹੋਏਗਾ ਉਹ ਖਾ ਲੈਣਗੇ। ਸੋ ਇੱਥੇ ਜਿਹੜੇ ਗੋਲਡਨ ਜੈਕਾਲਸ ਨੇ, ਦੇ ਆਰ ਦੀ ਕੋਮੈਂਸਲਸ। ਨੈਕਸਟ ਵੀ ਹੈਵ ਦੀ ਐਗਜ਼ਾਮਪਲ ਆਫ ਦੀ ਗੋਬੀ ਫਿਸ਼। ਸੋ ਬੱਚਿਓ ਇਹ ਜਿਹੜੀ ਫਿਸ਼ ਆ ਗੋਬੀ ਫਿਸ਼, ਐਕਚੁਅਲੀ ਇਟ ਲਿਵਸ ਔਨ ਅਦਰ ਸੀ ਐਨੀਮਲਸ। ਉਹ ਦੂਜੇ ਐਨੀਮਲਸ ਦੇ ਉੱਪਰ ਰਹਿੰਦੀ ਹੈ। ਇਹ ਆਪਣਾ ਕਲਰ ਚੇਂਜ ਕਰਦੀ ਹੈ, ਚੇਂਜਿੰਗ ਕਲਰ ਟੂ ਬਲੈਂਡ ਇਨ ਵਿਦ ਦੀ ਹੋਸਟ। ਇਹ ਹੋਸਟ ਵਰਗੀ ਹੋ ਜਾਂਦੀ ਹੈ। ਠੀਕ ਹੈ। ਸੋ ਜਿਸ ਐਨੀਮਲ ਦੇ ਉੱਪਰ ਇਹ ਅਟੈਚ ਹੁੰਦੀ ਹੈ, ਜਿਸ ਐਨੀਮਲ ਦੇ ਉੱਪਰ ਇਹ ਰਹਿੰਦੀ ਹੈ ਗੋਬੀ ਫਿਸ਼ ਅਟੈਚ ਹੋ ਕੇ, ਇਹ ਉਹਦੇ ਕਲਰ ਵਰਗੀ ਹੋ ਜਾਂਦੀ ਹੈ ਅਤੇ ਆਪਣੇ ਆਪ ਨੂੰ ਪ੍ਰੀਡੇਟਰ ਤੋਂ ਬਚਾ ਲੈਂਦੀ ਹੈ। ਸੋ ਇਟ ਸਿੰਪਲੀ ਮੀਨਸ ਕਿ ਗੋਬੀ ਫਿਸ਼ ਨੂੰ ਫਾਇਦਾ ਹੋ ਜਾਂਦਾ ਹੋਸਟ ਦੇ ਉੱਪਰ ਰਹਿਣ ਦਾ, ਕਿਉਂਕਿ ਉਹਦੇ ਵਰਗੀ ਹੋ ਕੇ ਕੈਮੋਫਲੇਜਿੰਗ ਦੇ ਨਾਲ ਆਪਣੇ ਆਪ ਨੂੰ ਬਚਾ ਲੈਂਦੀ ਹੈ।
ਤੇ ਜਿਹੜਾ ਅਦਰ ਐਨੀਮਲ ਹੈ, ਜਿਹੜਾ ਸੀ ਐਨੀਮਲ ਹੈ ਜਿਹਦੇ ਉੱਪਰ ਇਹ ਰਹਿ ਰਹੀ ਹੈ, ਉਹਨੂੰ ਕੋਈ ਨੁਕਸਾਨ ਨਹੀਂ ਹੈਗਾ ਤੇ ਨਾ ਹੀ ਉਹਨੂੰ ਕੋਈ ਫਾਇਦਾ ਹੈਗਾ। ਸੋ ਇਸ ਕਰਕੇ ਇੱਥੇ ਗੋਬੀ ਫਿਸ਼ ਇਜ਼ ਅ ਕੋਮੈਂਸਲ ਐਂਡ ਅਦਰ ਸੀ ਐਨੀਮਲ ਜਿਹਦੇ ਉੱਪਰ ਵੀ ਇਹ ਰਹਿ ਰਹੀ ਹੈ, ਦੈਟ ਇਜ਼ ਦਾ ਹੋਸਟ। Okay, but your next is that the cattle egrets eat the insects straight up by the cattle when they are grazing. So cattle are unaffected while the birds gain food. So ਤੁਸੀਂ ਆਮ ਤੌਰ ਤੇ ਦੇਖਿਆ ਹੋਣਾ ਕਿ ਕਾਂ ਮੱਝਾਂ ਗਾਵਾਂ ਦੇ ਉੱਪਰ ਆ ਕੇ ਬਹਿ ਜਾਂਦੇ ਆ, ਠੀਕ ਹੈ। ਸੋ ਉਹ ਕੀ ਕਰਦੇ ਆ, ਉਹਨਾਂ ਦੀਆਂ ਟਿਕਸ ਤੇ ਮਾਈਟਸ ਉਹ ਖਾਂਦੇ ਰਹਿੰਦੇ ਆ, ਠੀਕ ਹੈ, ਉਹਨਾਂ ਦੇ ਉੱਪਰ ਜਿਹੜੀਆਂ ਪਈਆਂ ਹੁੰਦੀਆਂ। ਸੋ ਉੱਥੇ ਕੀ ਆ ਕਿ ਕੈਟਲ ਈਗਰੇਟਸ ਦੀ ਇੱਥੇ ਸਪੈਸ਼ਲ ਗੱਲ ਕੀਤੀ ਗਈ ਹੈ, ਤੁਸੀਂ ਹੋਰ ਵੀ ਲੈ ਸਕਦੇ ਹੋ। ਸੋ ਇਹ ਉਹਨਾਂ ਦੇ ਇਨਸੈਕਟਸ ਖਾ ਸਕਦੀਆਂ, ਠੀਕ ਹੈ, ਵਾਈਲ ਦੇ ਆਰ ਗਰੇਜ਼ਿੰਗ। ਸੋ ਕਈ ਵਾਰੀ ਕੀ ਹੁੰਦਾ ਹੈ ਕਿ ਮੱਝਾਂ ਗਾਵਾਂ ਜਦੋਂ ਕੋਈ ਗਰੇਜ਼ਰੀ ਖਾ ਰਹੀਆਂ ਨੇ ਤਾਂ ਉਹਦੇ ਵਿੱਚੋਂ ਕੁਝ ਇਨਸੈਕਟਸ ਨਿਕਲ ਕੇ ਬਾਹਰ ਆਉਂਦੇ ਨੇ, ਠੀਕ ਹੈ। ਸੋ ਉਹਦੇ ਨਾਲ ਹੀ ਆ ਕੇ ਈਗਰੇਟਸ ਬਹਿ ਜਾਂਦੀਆਂ ਨੇ। ਇਹ ਐਸੋਸੀਏਸ਼ਨ ਉੱਪਰ ਬੈਠਣ ਵਾਲੀ ਨਹੀਂ ਹੈਗੀ, ਇਹ ਐਸੋਸੀਏਸ਼ਨ ਹੈਗੀ ਹੈ ਕਿ ਸਪੋਜ਼ ਜਦੋਂ ਮੀਂਹ ਪਿਆ ਹੋਇਆ, ਠੀਕ ਹੈ, ਕੋਈ ਐਨੀਮਲ ਉਹਦੇ ਵਿੱਚੋਂ ਤੁਰ ਕੇ ਜਾਂਦਾ ਖੇਤ ਦੇ ਵਿੱਚੋਂ, ਤਾਂ ਜਿੱਥੇ ਜਿੱਥੇ ਉਹਦੇ ਪੈਰ ਲੱਗਦੇ ਆ ਉਹਦੇ ਆਲੇ ਦੁਆਲਿਓਂ ਜ਼ਮੀਨ ਦੇ ਵਿੱਚੋਂ ਕੁਝ ਇਨਸੈਕਟ ਜਾਂ ਕੋਈ ਐਨੀਮਲਸ, ਛੋਟੇ ਐਨੀਮਲਸ ਜਿੱਦਾਂ ਅਰਥਵਰਮਸ ਹੋ ਗਏ, ਉਹ ਸੋਇਲ ਤੋਂ ਬਾਹਰ ਆ ਜਾਂਦੇ ਨੇ। ਸੋ ਜਿਹੜੀਆਂ ਈਗਰੇਟਸ ਹੁੰਦੀਆਂ ਉਹਨਾਂ ਨੂੰ ਉਸੇ ਟਾਈਮ ਆ ਕੇ ਖਾ ਲੈਂਦੀਆਂ। ਸੋ ਦਿਸ ਇਜ਼ ਕਾਈਂਡ ਆਫ ਐਸੋਸੀਏਸ਼ਨ ਇਜ਼ ਕਮੈਂਸਲਿਜ਼ਮ। ਸੋ ਇੱਥੇ ਵੀ ਕੀ ਕਿਹਾ ਗਿਆ ਕਿ ਜਦੋਂ ਘਾਹ ਦੇ ਉੱਤੇ ਕੋਈ ਐਨੀਮਲ ਜਾਂ ਕੈਟਲ ਗਰੇਜ਼ ਕਰ ਰਿਹਾ ਹੁੰਦਾ ਤਾਂ ਉਹ ਜਦੋਂ ਘਾਹ ਹਿਲਦਾ ਹੈ ਤਾਂ ਉਹਦੇ ਵਿੱਚੋਂ ਇਨਸੈਕਟ ਬਾਹਰ ਨਿਕਲਦੇ ਨੇ। ਸੋ ਜਦੋਂ ਹੀ ਉਹ ਬਾਹਰ ਨਿਕਲਦੇ ਆ, ਈਗਰੇਟਸ ਉਹਨਾਂ ਨੂੰ ਖਾ ਲੈਂਦੀਆਂ। ਸੋ ਇਹਦਾ ਮਤਲਬ ਇੱਥੇ ਕਿ ਜਿਹੜਾ ਕੈਟਲ ਹੈ, ਜਿਹੜਾ ਗਰੇਜ਼ ਕਰ ਰਿਹਾ, ਦੈਟ ਇਜ਼ ਦਾ ਹੋਸਟ, ਐਂਡ ਜਿਹੜੀਆਂ ਈਗਰੇਟਸ ਨੇ ਉਹ ਦੈਟ ਇਜ਼ ਅ ਕਮੈਂਸਲ। Okay, so I think this is the last example. So this is of the burdock plant. So ਇਹ ਜਿਹੜਾ plant ਹੈ ਬੱਚਿਓ, it produces spiny seeds. ਇਹਦੇ seed ਦੇ ਉੱਪਰ ਛੋਟੇ ਛੋਟੇ spines ਹੁੰਦੇ ਨੇ that cling to the fur of the animals. So ਉਹ animal ਦੀ ਫਰ ਦੇ ਉੱਤੇ ਚਿਪਕ ਜਾਂਦੇ ਆ, ਲੱਗ ਜਾਂਦੇ ਆ, attach ਹੋ ਜਾਂਦੇ ਆ। ਔਰ even clothings of the humans. So ਬੰਦਿਆਂ ਦੇ ਕੱਪੜਿਆਂ ਦੇ ਨਾਲ ਵੀ ਉਹ attach ਹੋ ਜਾਂਦੇ ਨੇ। ਸੋ ਇਹ ਜਿਹੜਾ ਅਟੈਚਮੈਂਟ ਦਾ ਮੈਥਡ ਹੈ, ਇਹ ਇੱਕ ਟਾਈਪ ਦੀ ਲਾਈਕ ਡਿਸਪਰਸਲ ਦਾ ਮੈਕੈਨਿਜ਼ਮ ਹੈ, ਇੱਕ ਥਾਂ ਤੋਂ ਦੂਜੀ ਥਾਂ ਜਾਣ ਦਾ ਮੈਕੈਨਿਜ਼ਮ ਹੈ, ਠੀਕ ਹੈ। ਸੋ ਇਹ ਤੁਹਾਡੇ ਨਾਲ ਲੱਗ ਕੇ, ਤੁਹਾਡੇ ਕੱਪੜਿਆਂ ਦੇ ਨਾਲ ਲੱਗ ਕੇ ਜਾਂ ਐਨੀਮਲਸ ਦੇ ਨਾਲ ਅਟੈਚ ਹੋ ਕੇ ਇੱਕ ਥਾਂ ਤੋਂ ਦੂਜੀ ਥਾਂ ਲੋਕੋਮੋਟ ਕਰਦੇ ਆ, ਪਰ ਤੁਹਾਨੂੰ ਤਾਂ ਕੋਈ ਜ਼ਿਆਦਾ ਇਫੈਕਟ ਨਹੀਂ ਹੁੰਦਾ। ਸੋ ਵੀ ਆਰ ਨਾਟ ਅਫੈਕਟਡ। ਸੋ ਵੀ ਆਰ ਦਾ ਹੋਸਟ ਔਰ ਐਨੀਮਲਸ ਆਰ ਦਾ ਹੋਸਟ, ਜਦੋਂ ਕਿ ਇਸ ਪਲਾਂਟ ਦੇ ਜਿਹੜੇ ਸਪਾਈਨੀ ਸੀਡ ਨੇ ਦੇ ਆਰ ਦੀ ਕੋਮੈਂਸਲਸ। ਸੋ ਇੱਥੇ ਪਲਾਂਟ ਨੂੰ ਕੋਮੈਂਸਲ ਮੰਨਿਆ ਜਾਏਗਾ ਤੇ ਐਨੀਮਲਸ ਜਾਂ ਹਿਊਮਨਸ ਨੂੰ ਹੋਸਟ ਮੰਨਿਆ ਜਾਏਗਾ। ਸੋ ਆਈ ਹੋਪ ਕਿ ਤੁਸੀਂ ਕੋਮੈਂਸਲਿਜ਼ਮ ਦਾ ਜਿਹੜਾ ਬੇਸਿਕ ਕਨਸੈਪਟ ਹੈ ਉਹਨੂੰ ਸਮਝ ਗਏ ਹੋ। ਸੋ ਕੋਮੈਂਸਲਿਜ਼ਮ ਇਜ਼ ਅ ਕਾਈਂਡ ਆਫ ਇੰਟਰੈਕਸ਼ਨ ਬਿਟਵੀਨ ਦੀ ਟੂ ਡਿਫਰੈਂਟ ਸਪੀਸ਼ੀਜ਼, ਜਿਹਦੇ ਵਿੱਚ ਇੱਕ ਨੂੰ ਫਾਇਦਾ ਹੋ ਜਾਂਦਾ, ਦੂਜਾ ਨਾ ਫਾਇਦੇ 'ਚ ਹੈ ਤੇ ਨਾ ਨੁਕਸਾਨ 'ਚ ਹੈ। So it is a kind of positive zero interaction, and this may come into your examination for just like 3 marks or 5 marks with examples. So ਵੱਧ ਤੋਂ ਵੱਧ ਬੱਚਿਓ examples ਦੇ ਕੇ ਇਸ question ਨੂੰ attempt ਕਰਨਾ, and you will be, I hope that you will be getting good marks.